ਸੱਚੇ ਪਾਤਸ਼ਾਹ ਮੈਨੂੰ ਤੁਸੀਂ ਬਿਨਾਂ ਮੰਗਿਆ ਸਭ ਕੁਝ ਦਿੱਤਾ ਹੈਗਾ, ਮੈਨੂੰ ਮਾਫੀ ਵੀ ਦੇ ਦਿਓ। बेटा मैं कौन हुंदा किसी ਨੂੰ ਮਾਫ ਕਰਨ ਵਾਲਾ? ਤੁਸੀਂ ਕੁੱਲ ਦੁਨੀਆ ਦੇ ਮਾਲਕ। नहीं बेटा देखो, ਇਹ ਜਿਹੜਾ ਜਗ੍ਹਾ ਹੈ ਨਾ ਉਹ ਪਰਖ ਕਰਨ ਵਾਸਤੇ ਨਹੀਂ ਗੀ, ਕਿਉਂਕਿ ਜੇ ਉਹ ਪਰਖ ਕਰਨ ਲੱਗ ਪਿਆ ਤਾਂ ਫਿਰ ਸਾਡਾ ਬਚਾਅ ਨਹੀਂ ਹੋ ਸਕਦਾ। ਸੋ ਆਪਾਂ ਤਾਂ ਮਾਲਿਕ ਨੇ ਇਹ ਜੀਵਨ ਦਿੱਤਾ ਸਿੱਖਣ ਵਾਸਤੇ। ਇਨਸਾਨ ਹੈ ਗਲਤੀਆਂ ਦਾ ਪੁਤਲਾ, ਗਲਤੀ ਕਰੂਗਾ, ਮਗਰ ਗਲਤੀ ਕਰਕੇ ਸਿੱਖ ਕੇ ਜੀਵਨ ਸਵਾਰੂਗਾ, ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਹੁਣ ਅਸੀਂ ਗਲਤੀ ਕਰਕੇ ਮਾਫੀ ਮੰਗ ਲੈਂਦੇ ਹਾਂ, ਫਿਰ ਗਲਤੀ ਕਰ ਲੈਂਦੇ ਹਾਂ, ਫਿਰ ਮਾਫੀ ਮੰਗ ਲੈਂਦੇ ਹਾਂ, ਫਿਰ ਉਹਦਾ ਬੋਝ ਸਾਨੂੰ ਚੁੱਕਣਾ ਪਊਗਾ। ਇਸ ਕਰਕੇ ਜ਼ਿੰਦਗੀ ਤੋਂ ਸਿੱਖੋ, ਸਿੱਖ ਕੇ ਸਹੀ ਰਸਤੇ ਨੂੰ ਅਪਣਾਓ, ਉਹਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ ਬੇਟਾ। ਬਾਬਾ ਜੀ ਮੈਂ ਨਾਮਦਾਨ ਲੈਣ ਵੇਲੇ ਕੁਝ ਸਵਾਲਾਂ ਦੇ ਝੂਠ ਜਵਾਬ ਦਿੱਤੇ, ਪਰ ਮੈਨੂੰ ਨਾਮਦਾਨ ਦੀ ਬਖਸ਼ਿਸ਼ ਹੋਈ ਹੈ, ਬਟ ਅੱਗੇ ਸਫ਼ਰ ਨਹੀਂ ਚੱਲ ਰਿਹਾ ਹੈਗਾ ਮੇਰਾ। ਇਹੋ ਜਿਹੀ ਗੱਲ ਨਹੀਂ ਹੁੰਦੀ ਬੇਟਾ। ਪਹਿਲਾਂ ਤਾਂ ਜੇ ਆਪਾਂ ਸੱਚ ਦਾ ਰਸਤਾ ਅਪਣਾਉਣਾ ਹੈ ਤਾਂ ਝੂਠ ਦਾ ਸਹਾਰਾ ਲੈ ਕੇ ਕਿਵੇਂ ਅਸੀਂ ਅਪਣਾਵਾਂਗੇ? ਆਪਾਂ ਜੁੜਨਾ ਤਾਂ ਰੱਬ ਨਾਲ ਹੈ। ਨਹੀਂ ਬੇਟਾ, ਹੁਣ ਝੂਠ ਨਾਲ ਤਾਂ ਨਹੀਂ ਨਾ ਜੁੜਨਾ, ਆਪਾਂ ਤਾਂ ਸੱਚ ਦੇ ਨਾਲ ਜੁੜਨਾ ਹੈਗਾ। ਹੁਣ ਜੋ ਹੋ ਗਿਆ, ਭੁੱਲ ਜਾਓ ਉਹਨੂੰ, ਅੱਗੇ ਦੇਖੋ ਔਰ ਆਪਣਾ ਧਿਆਨ ਲਗਾਓ ਭਜਨ ਸਿਮਰਨ 'ਚ। ਬਾਬਾ ਜੀ ਮੇਰੇ ਭਰਾ ਉਹਨੂੰ ਤੁਸੀਂ ਬਚਾਇਆ ਹੈਗਾ, ਅਤੇ ਉਹਦੀਆਂ ਕੁਝ ਗੱਲਾਂ ਕਰਕੇ ਮਤਲਬ ਮੈਂ ਉਹਦੇ ਨਾਲ ਆਪਣਾ ਬੋਲ ਚਾਲ ਬੰਦ ਕਰ ਦਿੱਤਾ ਹੈਗਾ ਇੱਕ ਤਰੀਕੇ ਦਾ। ਨਹੀਂ ਬੇਟਾ, ਬੋਲ ਚਾਲ ਤਾਂ ਕਿਸੇ ਨਾਲ ਵੀ ਨਹੀਂ ਬੰਦ ਕਰਨਾ। ਭਰਾਵਾਂ ਦੇ ਨਾਲ, ਸਾਰਿਆਂ ਦੇ ਨਾਲ ਆਪਾਂ ਤਾਲੁਕ ਰੱਖਣਾ। ਸੋਚ ਅਲੱਗ ਹੋ ਸਕਦੀ ਹੈ, ਮਗਰ ਕਾਹਨੂੰ ਆਪਾਂ ਕਿਸੇ ਨਾਲ ਬੋਲ ਚਾਲ ਬੰਦ ਕਰਨਾ? ਬਾਬਾ ਜੀ ਆਪਣੀ ਮਿਹਰ ਕਰਿਓ ਬਾਬਾ ਜੀ, ਜੋ ਮੈਂ ਬਿਨਾਂ ਮੰਗੇ ਤੁਸੀਂ ਸਭ ਕੁਝ ਦਿੱਤਾ ਹੈਗਾ, ਅੱਗੇ ਦਾ ਆਪਣਾ ਮਿਹਰ ਭਰਿਆ ਹੱਥ ਰੱਖੋ ਬਾਬਾ ਜੀ, ਬਖਸ਼ ਲਓ ਮੇਰੇ ਦਾਤੇ। ਬਾਬਾ ਜੀ ਮੇਰਾ ਸਵਾਲ ਕਿਸਮਤ ਅਤੇ ਮਿਹਨਤ ਦੇ ਰਿਗਾਰਡਿੰਗ ਹੈ ਜੀ। ਇਟ ਮੀਨਸ ਸਿਆਣੇ ਕਹਿੰਦੇ ਜੀ ਜਿਵੇਂ ਹੁਣ ਮਿਹਨਤ ਕਰਦੇ ਆਪਾਂ ਕੋਈ ਵੀ ਮੰਜ਼ਿਲ ਸਾਨੂੰ ਪ੍ਰਾਪਤ ਹੋ ਜਾਂਦੀ ਆ, ਅਤੇ ਇਟ ਮੀਨਸ ਜਿਵੇਂ ਆਪਾਂ ਸਟਰਗਲ ਕਰਦੇ ਹਾਂ ਅਤੇ ਐਂਡ 'ਚ ਜਾ ਕੇ ਜਦੋਂ ਸਾਨੂੰ ਮੰਜ਼ਿਲ ਪ੍ਰਾਪਤ ਹੋਣ ਵਾਲੀ ਹੁੰਦੀ ਹੈ ਜੀ, ਅਤੇ ਕਿਸਮਤ ਕੋਈ ਐਸਾ ਖੇਲ ਖੇਡ ਜਾਂਦੀ ਹੈ ਜੀ, ਮਤਲਬ ਉੱਥੇ ਪਹੁੰਚ ਨਹੀਂ ਪਾਉਂਦੇ। ਬੇਟਾ ਜੋ ਕਿਸਮਤ 'ਚ ਲਿਖਿਆ ਉਹ ਜ਼ਰੂਰ ਮਿਲੂਗਾ, ਜੋ ਕਿਸਮਤ 'ਚ ਨਹੀਂ ਲਿਖਿਆ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਦੇ ਸਕਦੀ। ਅਤੇ ਫਿਰ ਸਰ ਉਹ ਸਿਆਣੇ ਕਹਿੰਦੇ ਜਿਵੇਂ ਹੁਣ ਮਿਹਨਤ ਕਰੋ ਤਾਂ ਕੁਝ ਨਹੀਂ ਬੇਟਾ, ਮਿਹਨਤ ਤਾਂ ਕਰਨ ਪਊਗੀ ਨਾ। ਹੁਣ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਮੈਂ ਮੰਜੇ 'ਤੇ ਬੈਠਾ, ਜੇ ਮੇਰੀ ਕਿਸਮਤ 'ਚ ਲਿਖਿਆ ਤਾਂ ਆ ਕੇ ਨਵਾ ਦੂਗਾ ਜਾਂ ਮੇਰੇ ਮੂੰਹ 'ਚ ਰੋਟੀ ਪਾ ਦੂਗਾ। ਆਪਾਂ ਉੱਠ ਕੇ ਕਦਮ ਚੁੱਕਦੇ ਕਿ ਨਹੀਂ ਚੁੱਕਦੇ? ਸੋ ਅਸੀਂ ਮਿਹਨਤ ਕਰਨੀ ਹੈ, ਬਾਕੀ ਉਹਦੀ ਬਖਸ਼ਿਸ਼ ਹੈ ਬੇਟਾ। ਹੁਣ ਜੇ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਕਿਵੇਂ ਉਸ ਲਕਸ਼ ਤੱਕ ਪਹੁੰਚਾਂਗੇ ਬੇਟਾ? ਅਤੇ ਬਾਬਾ ਜੀ ਕਈ ਸੰਗਤ ਦੇ ਮੂੰਹੋਂ ਸੁਣਿਆ ਜੀ ਮੈਂ, ਕਹਿੰਦੇ ਕਰਨ ਕਰਾਉਣ ਵਾਲਾ ਉਹ ਆਪੇ ਹੀ ਹੈ ਜੀ, ਮਤਲਬ ਕੋਈ ਵੀ ਦੁੱਖ ਸੁੱਖ ਜਾਂ ਬਿਮਾਰੀ ਆ ਅਸੀਂ ਸਾਰਾ ਕੁਝ ਬਾਬਾ ਕਰੇ, ਅਸੀਂ ਤਾਂ ਹੱਥ ਦੇ ਉੱਤੇ ਹੱਥ ਧਰ ਕੇ ਬੈਠੇ ਰਹਿਣਾ ਹੈ। ਨਹੀਂ ਮੰਨਦਾ ਕੌਣ ਹੈ? ਇਹ ਕਹਿ ਦਿੰਦੇ ਆ ਆਪਾਂ, ਜਿਸ ਦਿਨ ਉਸ ਅਵਸਥਾ ਵਿੱਚ ਪਹੁੰਚ ਗਏ ਨਾ ਕਿ ਆਪਾਂ ਇਸ ਚੀਜ਼ ਨੂੰ ਮੰਨ ਲਿਆ ਕਿ ਸਭ ਕੁਝ ਉਹਦੇ ਚਾਹਤ ਦੇ ਨਾਲ ਹੀ ਹੋਊਗਾ, ਫਿਰ ਕਰੂਗਾ ਵੀ ਉਹੀ, ਪਰ ਮੰਨਦਾ ਨਹੀਂ ਕੋਈ। ਥੈਂਕ ਯੂ ਬਾਬਾ ਜੀ, ਤੁਸੀਂ ਸਾਨੂੰ ਬੁਲਾਇਆ ਸੇਵਾ 'ਤੇ। ਕਰੋਨਾ ਦਾ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਰੋਨਾ ਕੀ ਚੀਜ਼ ਵਾ। ਥੈਂਕ ਯੂ ਸੋ ਮਚ ਬਾਬਾ ਜੀ। ਅਤੇ ਮੇਰਾ ਦੇਖੋ ਬੇਟਾ, ਬਾਹਰ ਕਰੋਨਾ ਹੈ, ਇੱਥੇ ਤੁਹਾਡੀ ਕਰੋਨਾ ਹੈ। ਹਾਂਜੀ, ਤੁਸੀਂ ਕਰੋਨਾ ਕਰ ਰਹੇ ਹੋ ਸਾਰਿਆਂ ਉੱਤੇ। ਹਾਂਜੀ, ਸੋ ਫਿਰ ਆਪਣੇ ਆਪ ਕਰੋਨਾ ਨੇ ਪਿੱਛੇ ਹੋ ਜਾਣਾ ਹੈਗਾ। ਹਾਂਜੀ ਬਾਬਾ ਜੀ। ਬਾਬਾ ਜੀ ਮੈਂ ਨਾ ਇੱਥੇ ਸੇਵਾ ਕਰਨਾ ਚਾਹੁੰਦੀ ਪੱਕੀ। ਮੈਨੂੰ ਨਾ ਪੁੱਛੋ, ਸੈਕਟਰੀ ਸਾਹਿਬ ਦਾ ਕੰਮ ਹੈ। ਓਕੇ ਬਾਬਾ ਜੀ, ਸੈਕਟਰੀ ਸਾਹਿਬ ਕੋਲ ਚਲੇ ਜਾਵਾਂਗੇ। ਹਾਂ, ਉਹ ਬੈਠੇ ਹੈਗੇ। ਹਾਂਜੀ। ਅਤੇ ਬਾਬਾ ਜੀ ਕਪੂਰਥਲਾ 2 ਵਿੱਚ ਤੁਸੀਂ ਨਹੀਂ ਆਏ, 1 'ਚ ਆਏ ਸੀ, 2 'ਚ ਨਹੀਂ ਆਏ। ਪਲੀਜ਼ ਸਾਡੇ 'ਤੇ ਦਇਆ ਕਰੋ। ਪਹਿਲੀ ਵਾਰੀ ਮੈਂ 2 'ਚ ਆਇਆ ਸੀ, 1 'ਚ ਨਹੀਂ ਗਿਆ ਸੀ। ਨਹੀਂ ਬਾਬਾ ਜੀ, ਇੱਕ ਵਾਰੀ ਵੀ ਨਹੀਂ ਆਏ ਤੁਸੀਂ। ਨਹੀਂ, ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਜਿਹੜਾ ਸ਼ਹਿਰ ਵਿੱਚ ਹੈਗਾ ਉਸ ਤੋਂ ਮੈਂ ਕਈ ਵਾਰੀ ਗਿਆ। ਸੁੰਦਰ ਨਗਰ ਜਿਹੜਾ ਸੁੰਦਰ ਨਗਰ ਹੈ। ਹਾਂਜੀ। ਅੱਛਾ, ਚਲੋ ਦੇਖਦੇ। ਅਤੇ ਬਾਬਾ ਜੀ ਸ਼ਾਪਿੰਗ ਮਾਲ 'ਚ ਸਾਡੀ ਸੇਵਾ ਆ, ਅਤੇ ਉੱਥੇ ਨਹੀਂ ਤੁਸੀਂ ਆਏ, ਉੱਪਰ ਆਏ ਸੀ, ਨੀਚੇ ਸਾਡੀ ਸੇਵਾ ਆ, ਤੁਸੀਂ ਨੀਚੇ ਵੀ ਨਹੀਂ ਆਏ, ਅਤੇ ਟੋਕਨਾਂ 'ਤੇ ਵੀ ਸਾਨੂੰ ਦਰਸ਼ਨ ਨਹੀਂ ਹੁੰਦੇ ਪਏ। ਉਹ ਬਾਬੇ ਨੂੰ ਉੱਤੇ ਰਹਿਣਾ ਚਾਹੀਦਾ ਕਿ ਨੀਚੇ ਜਾਣਾ ਚਾਹੀਦਾ? ਬਾਬਾ ਜੀ ਜਿੱਥੇ ਸੰਗਤ ਆ ਤੁਹਾਡੀ, ਉੱਥੇ ਵੀ ਆਉਣਾ ਚਾਹੀਦਾ ਤੁਹਾਨੂੰ। ਅੱਛਾ, ਥੈਂਕ ਯੂ। ਇਹ ਕਲਯੁੱਗ ਹੈ। ਕਲਯੁੱਗ ਵਿੱਚ ਬਾਬਾ ਨਹੀਂ ਦੱਸਦਾ, ਸੰਗਤ ਦੱਸਦੀ ਹੈ ਬਾਬੇ ਨੂੰ ਕੀ ਕਰਨਾ। ਠੀਕ ਹੈ, ਪਲੀਜ਼ ਬਾਬਾ ਜੀ ਦਇਆ ਕਰਿਓ। ਹਾਂ, ਨਹੀਂ ਦਇਆ ਤਾਂ ਕਲਯੁੱਗ ਵਿੱਚ ਸਾਰਾ ਕੁਝ ਉਲਟਾ ਹੈ। ਜੇ ਸੰਗਤ ਨੇ ਦੱਸਣਾ ਫਿਰ ਦਇਆ ਵੀ ਸੰਗਤ ਨੇ ਕਰਨੀ ਹੈ।
ਨਹੀਂ ਨਹੀਂ ਬਾਬਾ ਜੀ, ਤੁਸੀਂ ਕਲਯੁਗ ਗੱਲ ਵਿੱਚ ਤਾਂ ਉਲਟਾ ਹੀ ਹੁੰਦਾ ਨਾ ਸਾਰਾ ਕੁਝ। ਜਿੱਥੇ ਬਾਬਾ ਜੀ ਤੁਸੀਂ ਹੋ ਉੱਥੇ ਕਲਯੁਗ ਨਹੀਂ ਹੈਗਾ। ਥੈਂਕ ਯੂ ਸੋ ਮਚ ਬਾਬਾ ਜੀ। ਤੇ ਫਿਰ ਫਿਕਰ ਕੀ ਹੈ ਜੇ ਕਲਯੁਗ ਹੈ ਨਹੀਂਗਾ? ਹਾਂਜੀ। ਸਿਆਣੀ ਬਣਦੀ ਹੈ ਫਿਰ ਤਾਂ ਕੋਈ ਫਿਕਰ ਹੀ ਨਹੀਂ ਹੋਣਾ ਚਾਹੀਦਾ। ਜੇ ਨਹੀਂ ਬਾਬਾ ਸਾਥੀ ਹੋ ਗਿਆ ਤਾਂ ਫਿਰ ਤਾਂ ਕੋਈ ਕਰਮ ਵੀ ਨਹੀਂ ਹੈ। ਮੈਨੂੰ ਕੋਈ ਫਿਕਰ ਨਹੀਂ ਬਾਬਾ ਜੀ, ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ, ਬਹੁਤ ਜ਼ਿਆਦਾ। ਇੱਥੇ ਆ ਕੇ? ਹਾਂਜੀ ਅੱਛਾ, ਤੇਰਾ ਮਤਲਬ ਕਿ ਇੱਥੇ ਠੀਕ ਹੈਗਾ, ਬਾਹਰ ਕਲਯੁਗ ਹੈ? ਹਾਂਜੀ। ਹੈ ਤਾਂ ਬਾਬੇ ਦਾ ਦਾਇਰਾ ਬਹੁਤ ਛੋਟਾ ਜਿਹਾ ਹੈ। ਥੈਂਕ ਯੂ ਬਾਬਾ ਜੀ। ਬਾਬਾ ਜੀ ਜਿੱਦਾਂ ਜੀਵ ਨੂੰ ਨਾਮਦਾਨ ਦੀ ਬਖਸ਼ਿਸ਼ ਹੁੰਦੀ ਹੈ, ਉਹ ਭਜਨ ਸਿਮਰਨ ਕਰਦਾ ਹੈ ਤਾਂ ਉਹਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ। ਤਾਂ ਬਾਬਾ ਜੀ ਨਾਮਦਾਨ ਹੀ ਇੱਕ ਅਜਿਹਾ ਜ਼ਰੀਆ ਹੈ, ਬਟ ਡੇਰਾ ਹੀ ਇੱਕ ਅਜਿਹੀ ਸੰਸਥਾ ਹੈ ਜਿੱਥੇ ਨਾਮਦਾਨ ਦੀ ਬਖਸ਼ਿਸ਼ ਹੁੰਦੀ ਹੈ। ਨਹੀਂ ਬੇਟਾ, ਹੋਰ ਵੀ ਸੰਸਥਾਵਾਂ ਹੈਗੀਆਂ ਜਿੱਥੇ ਨਾਮਦਾਨ ਦੀ ਬਖਸ਼ਿਸ਼ ਹੁੰਦੀ ਹੈ ਬੇਟਾ। ਕਈ ਬਾਬਾ ਜੀ ਸੰਸਥਾਵਾਂ ਨੇ ਜਿੱਦਾਂ ਜੀ ਉਹ ਥੋੜ੍ਹੀਆਂ ਮਤਲਬ ਕਿ ਅਜੇ ਵੀ ਵਹਿਮਾਂ ਭਰਮਾਂ 'ਚ ਨੇ, ਜਿੱਦਾਂ ਪੂਜਾ ਪਾਠ ਵਗੈਰਾ, ਤਾਂ ਕੀ ਬਾਬਾ ਜੀ ਉਹਨਾਂ ਦੀ ਮੁਕਤੀ ਹੋਊਗੀ? ਨਹੀਂ ਬੇਟਾ, ਆਪਾਂ ਕਿਸੇ ਨੂੰ ਚੰਗਾ ਬੁਰਾ ਨਹੀਂ ਕਹਿਣਾ। ਮਕਸਦ ਸਾਰਿਆਂ ਦਾ ਇਹੀ ਹੈ ਕਿ ਮਾਲਕ ਦੇ ਨਾਲ ਕਿਵੇਂ ਮਿਲਾਣਾ ਹੈਗਾ। ਠੀਕ ਹੈ, ਕੋਈ ਮਹਾਂਪੁਰਖ ਇਹ ਨਹੀਂ ਕਹਿੰਦਾ ਕਿ ਵੀ ਮੈਨੂੰ ਮੱਥਾ ਟੇਕ ਕੇ ਜਾਂ ਮੇਰੀ ਪੂਜਾ ਕਰਕੇ ਮਿਲੋਗੇ। ਹਰੇਕ ਦਾ ਮਕਸਦ ਇਹੀ ਹੈ ਕਿ ਮਾਲਕ ਨਾਲ ਆਪਾਂ ਕਿਵੇਂ ਰਿਸ਼ਤਾ ਜੋੜਨਾ। ਹੁਣ ਉਹਨਾਂ ਦਾ ਤਰੀਕਾ ਅਲੱਗ-ਅਲੱਗ ਹੋ ਸਕਦਾ ਹੈ। ਹੁਣ ਜੋ ਸਾਡੀ ਸਮਝ ਹੈ ਅਸੀਂ ਉਹਦੇ ਨਾਲ ਚੱਲਣਾ ਹੈ। ਆਪਾਂ ਤਾਂ ਬਾਣੀ 'ਚ ਇਹੀ ਪੜ੍ਹਿਆ ਹੈਗਾ, ਪੂਜਾ ਕੀਚੇ ਨਾਮ ਤੇ ਆਏ, ਬਿਨ ਨਾਵੇਂ ਪੂਜ ਨਾ ਹੋਵੇ। ਸੋ ਸਾਡੀ ਸਮਝ ਹੈ ਬੇਟਾ, ਉਹਨਾਂ ਦੀ ਸਮਝ ਜ਼ਿਆਦਾ ਹੋਊਗੀ ਸਾਡੇ ਨਾਲੋਂ। ਸੋ ਜਿਹੜੀ ਸਾਡੀ ਸਮਝ ਆਪਾਂ ਉਸ ਤਰ੍ਹਾਂ ਚੱਲਣਾ ਬੇਟਾ। ਹਾਂਜੀ, ਤੁਸੀਂ ਤਾਂ ਸਭ ਕੁਝ ਦਿੱਤਾ ਮਾਲਕ ਜੀ। ਪਤਾ ਕੀ ਹੈ ਜੀ, ਕਈ ਵਾਰ ਕੀ ਹੁੰਦਾ ਹੈ ਕਿ ਹਮੇਸ਼ਾ ਆਪਾਂ ਸਕਸੈਸ ਪਿੱਛੇ ਭੱਜਦੇ ਹਾਂ, ਫੇਲੀਅਰ ਜ਼ਰੂਰ ਮਿਲਦੀ ਹੈ। ਬਟ ਮੈਂ ਥੋੜ੍ਹੇ ਟਾਈਮ ਬਾਅਦ ਉਹ ਰਿਲਾਈਜ਼ ਕੀਤਾ ਵੀ ਜੇ ਉਹ ਫੇਲੀਅਰ ਨਾ ਹੁੰਦੀ ਤਾਂ ਮੈਂ ਇੱਥੇ ਨਾ ਹੁੰਦਾ। ਉਹ ਫੇਲੀਅਰ ਮੇਰੀ ਸਕਸੈਸ ਬਣੀ ਹੈ ਜੀ ਥੋੜ੍ਹੇ ਟਾਈਮ ਬਾਅਦ। ਬਹੁਤ ਚੰਗੀ ਬੇਟਾ, ਇੱਦਾਂ ਹੀ ਮਿਹਰ ਬਖਸ਼ਿਸ਼ ਬਣਾ ਕੇ ਰੱਖੇ ਮਾਲਕ। ਕੋਈ ਹਜ਼ੂਰ ਜੀ, ਮੈਂ ਤੁਹਾਡੇ ਤੋਂ ਤੁਹਾਨੂੰ ਮੰਗਦਾ ਜੀ। ਬੇਟਾ ਆਪਾਂ ਇਹਨਾਂ ਚੀਜ਼ਾਂ ਨੂੰ ਨਾ ਆਪਣੀ ਕਰਨੀ ਵਿੱਚ ਜ਼ਾਹਿਰ ਕਰਨਾ ਹੈ। ਠੀਕ ਹੈ ਨਾ, ਮੰਗ ਤਾਂ ਇਨਸਾਨ ਦੀ ਬਹੁਤ ਹੁੰਦੀ ਹੈ, ਮਗਰ ਜਿੰਨਾ ਚਿਰ ਉਹਨੂੰ ਕਰਨੀ ਵਿੱਚ ਜ਼ਾਹਿਰ ਨਹੀਂ ਕਰੂਗਾ ਤਾਂ ਮੰਗ ਬਣ ਕੇ ਰਹਿ ਜੂਗੀ। ਸੋ ਇਹ ਆਪਣਾ ਹੁਣ ਲਕਸ਼ ਬਣ ਗਿਆ, ਆਪਾਂ ਇਹਦੀ ਤਰਫ ਵਧਣਾ ਹੈਗਾ। ਹਰੇਕ ਕਦਮ, ਹਰੇਕ ਸੋਚ ਵਿੱਚ ਇਹਨੂੰ ਜ਼ਾਹਿਰ ਕਰਨਾ ਹੈ, ਤਾਂ ਹੀ ਪੂਰੀ ਹੋਊਗੀ। ਤੇ ਬਾਬਾ ਜੀ ਮੈਂ ਇਹ ਚਾਹੁੰਦਾ ਕਿ ਤੁਸੀਂ ਜਦੋਂ ਮੈਂ ਚੋਲਾ ਛੱਡਾਂ ਤਾਂ ਬਾਬਾ ਜੀ ਤੁਸੀਂ ਆਪ ਮੈਨੂੰ ਇੰਨੀ ਗੱਲ ਕਹਿ ਕੇ ਲੈ ਕੇ ਜਾਓ ਕਿ ਬੇਟਾ ਤੇਰਾ ਅੰਤ ਵਾਲਾ ਸਮਾਂ ਆ ਗਿਆ, ਚੱਲੀਏ ਆਪਾਂ। ਬੇਟਾ ਦੇਖੋ, ਇੱਕ ਚੀਜ਼ ਯਾਦ ਰੱਖੋ, ਮਾਲਿਕ ਸਾਰਿਆਂ ਨੂੰ ਲੈਣ ਵਾਸਤੇ ਆਊਗਾ ਬੇਟਾ। ਮਾਲਿਕ ਨਹੀਂ ਵਿਛੋੜਾ ਦਿੰਦਾ ਕਦੇ ਵੀ। ਜਿਹਦੀ ਜ਼ਿੰਮੇਵਾਰੀ ਚੁੱਕੀ ਹੈ ਉਹਨੂੰ ਲੈਣ ਵਾਸਤੇ ਆਊਗਾ। ਹੁਣ ਜਿੰਦੇ ਜੀ ਅਸੀਂ ਰਿਸ਼ਤਾ ਜੋੜ ਲਿਆ, ਅਸੀਂ ਉਹਨੂੰ ਪਹਿਚਾਨ ਲੈਂਦੇ ਹਾਂ। ਜੇ ਜਿੰਦੇ ਜੀ ਰਿਸ਼ਤਾ ਨਹੀਂ ਜੋੜਿਆ, ਅਸੀਂ ਨਹੀਂ ਪਹਿਚਾਣਦੇ। ਇਹ ਨਹੀਂ ਕਿ ਉਹ ਨਹੀਂ ਆਇਆ। ਸੋ ਇਸ ਕਰਕੇ ਤਾਂ ਸਾਡੇ ਉੱਤੇ ਮੁਨੱਸਰ ਹੈ ਨਾ ਕਿ ਆਪਾਂ ਰਿਸ਼ਤਾ ਜੋੜ ਕੇ ਰੱਖੀਏ ਕਿ ਸਾਨੂੰ ਪਹਿਚਾਨ ਹੋ ਜਾਵੇ। ਬਾਬਾ ਜੀ ਮੇਰੀ ਘਰ ਵਾਲੀ ਆ ਬਾਬਾ ਜੀ, ਜਿੱਦਾਂ ਨਾ ਉਹਨਾਂ ਨੂੰ ਕਹੀਦਾ ਕਿ ਤੂੰ ਬਿਆਸ ਚੱਲ, ਜਿੱਦਾਂ ਤੁਸੀਂ ਸਾਨੂੰ ਜੋੜਿਆ ਬਾਬਾ ਜੀ। ਉਹ ਕਹਿੰਦੀ ਆ ਕਿ ਮੈਨੂੰ ਤੇਰੇ ਤੇ ਭਰੋਸਾ, ਤੈਨੂੰ ਪਿਆਰ ਕਰਦੀ, ਮੈਂ ਤਾਂ ਜਾਂਦੀ ਆ ਬਿਆਸ, ਤੇ ਨਹੀਂ ਤੇ ਮੈਂ ਡੇਰੇ ਕੀ ਆਉਣਾ, ਕੀ ਲੈਣ ਆਉਣਾ ਵਾ। ਤੇ ਬਾਬਾ ਜੀ ਮੈਂ ਜਿੱਦਾਂ ਇੱਥੇ ਬੀਬੀਆਂ ਤੇ ਭਾਈ ਸੇਵਾ ਕਰਦੇ, ਮੈਨੂੰ ਬਹੁਤ ਪਿਆਰੇ ਲੱਗਦੇ। ਤੁਹਾਡੀ ਦਇਆ ਮੈਂ ਨਾ ਕਿੰਨੀ ਲਗਨ ਨਾਲ, ਤੜਫ ਬਿਰਹਾ ਨਾਲ ਬਾਬਾ ਜੀ ਸੇਵਾ ਕਰਦੇ ਆ, ਤੇ ਮੈਂ ਵੀ ਚਾਹੁੰਦਾ ਵਾਂ ਕਿ ਬਾਬਾ ਜੀ ਉਹ ਵੀ ਸੇਵਾ ਕਰਿਆ। ਨਹੀਂ, ਉਹ ਤਾਂ ਠੀਕ ਹੈ, ਮਗਰ ਜੇ ਉਹ ਤੇਰੇ ਨਾਲ ਪਿਆਰ ਕਰਦੀ ਉਹ ਵੀ ਤਾਂ ਚੰਗੀ ਗੱਲ ਹੈ ਬੇਟਾ। ਬਾਬਾ ਜੀ ਮੈਂ ਚਾਹੁੰਦਾ ਕਿ ਜਿੱਦਾਂ ਬੀਬੀਆਂ ਨਹੀਂ, ਉਹ ਵੀ ਵਕਤ ਆ ਜਾਊਗਾ। ਸੋ ਇਸ ਕਰਕੇ ਜੇ ਤੁਸੀਂ ਸੇਵਾ ਕਰਦੇ ਹੋ, ਇਸੇ ਕਰਕੇ ਕਰਦੇ ਹੋ ਕਿ ਉਹ ਘਰ ਸੰਭਾਲ ਲੈਂਦੀ ਹੈ। ਸੋ ਆਪਾਂ ਪਰਖ ਨਹੀਂ ਕਰਨੀ ਕਿਸੇ ਦੀ। ਜੋ ਵੀ ਉਹਨਾਂ ਦੀ ਚੰਗੀ ਚੀਜ਼ ਹੈ ਉਹਨੂੰ ਸਲਾਹੋ, ਆਪਣੇ ਆਪ ਫਿਰ ਉਹਨੂੰ ਜ਼ਿਆਦਾ ਹਿੰਮਤ ਮਿਲੂਗੀ। ਇਹ ਨਹੀਂ ਕਿ ਆਹ ਤਾਂ ਠੀਕ ਹੈ, ਹੁਣ ਆਹ ਵੀ ਨਾਲ ਕਰ। ਬਾਬਾ ਜੀ ਸਾਰੇ ਪਰਿਵਾਰ ਦੇ ਵਿੱਚ ਪ੍ਰੇਮ ਤੇ ਪਿਆਰ ਬਖਸ਼ੋ ਬਾਬਾ ਜੀ। ਬਾਬਾ ਜੀ ਨਾਮਦਾਨ ਦੀ ਬਖਸ਼ਿਸ਼ ਕਰਨਾ ਜੀ। ਰਾਜਸਥਾਨ ਬਾਬਾ ਜੀ। ਬਾਬਾ ਜੀ ਤੁਸੀਂ ਕਹਿੰਦੇ ਹੋ ਕਿ ਬੱਚਿਆਂ ਦੀ ਸ਼ਾਦੀ ਕਰਨ ਲਈ ਚੰਗੇ ਇਨਸਾਨ ਦੇਖੋ, ਤੇ ਇਹੀ ਦੇਖਿਆ ਅਸੀਂ ਬੇਟੀ ਸ਼ਾਦੀ ਕੀਤੀ, ਚੰਗੇ ਇਨਸਾਨ ਦੇਖੇ ਆ। ਮਤਲਬ ਅਸੀਂ ਚਾਹੁੰਦੇ ਹਾਂ ਹੁਣ ਜਲਦੀ ਤੁਹਾਡੇ ਨਾਲ ਲੱਗ ਜਾਣ। ਬੇਟਾ ਜਲਦਬਾਜ਼ੀ ਨਹੀਂ ਕਰੀਦੀ ਹੁੰਦੀ। ਇਹ ਕਿੱਥੇ ਲਿਖਿਆ ਕਿ ਸਾਡੀ ਸੋਚ ਠੀਕ ਹੈ ਤਾਂ ਦੂਜਿਆਂ ਦੀ ਸਾਰਿਆਂ ਦੀ ਗਲਤ ਹੈ ਬੇਟਾ। ਹਾਂਜੀ, ਜੇ ਆਪਾਂ ਸੋਚਦੇ ਹਾਂ ਕਿ ਉਹ ਸਾਡੀ ਸੋਚ ਦੀ ਕਦਰ ਕਰਨ ਤਾਂ ਸਾਨੂੰ ਉਹਨਾਂ ਦੀ ਸੋਚ ਦੀ ਕਦਰ ਕਰਨੀ ਚਾਹੀਦੀ ਹੈ ਬੇਟਾ। ਹਾਂਜੀ। ਸੋ ਤੁਸੀਂ ਕੀ ਕਹਿੰਦੇ ਹੋ ਮੈਨੂੰ ਕਿ ਸਾਰੇ ਸਤਸੰਗੀ ਮੇਰੇ ਸੰਤ ਮਹਾਤਮਾ ਹੈ? ਹਾਂਜੀ, ਜਿੰਨੇ ਸਤਸੰਗੀ ਚੰਗੇ ਆ ਉਹਨੇ ਮਾੜੇ ਵੀ ਹੈਗੇ ਆ। ਸੋ ਇਸ ਕਰਕੇ ਆਪਾਂ ਜ਼ਬਰਦਸਤੀ ਨਹੀਂ ਕਰਨੀ ਬੇਟਾ, ਪਰ ਨਾ ਹੀ ਕਦੇ ਵੀ ਇਹੋ ਜਿਹੇ ਦਾਇਰੇ 'ਚ ਆਉਣਾ ਕਿ ਸਾਡੀ ਸੋਚ ਠੀਕ ਹੈ ਤਾਂ ਬਾਕੀਆਂ ਦੀ ਗਲਤ ਹੈ। ਕਦਰ ਕਰੋ ਉਹਨਾਂ ਦੀ। ਜੇ ਬੱਚੀ ਨੂੰ ਖੁਸ਼ ਰੱਖ ਰਹੇ ਹੈ, ਕਦਰ ਕਰੋ।
ਸਲਾਹੋ ਉਹਨਾਂ ਨੂੰ, ਔਰ ਉਹ ਜੇ ਦੇਖਣਗੇ ਕਿ ਤੁਹਾਡਾ ਤੌਰ ਤਰੀਕਾ ਕਿੰਨਾ ਚੰਗਾ, ਆਪਣੇ ਆਪ ਉਹਨਾਂ ਦੇ ਉੱਤੇ ਅਸਰ ਹੋਊਗਾ ਬੇਟਾ। ਹਾਂਜੀ ਭਾਈ ਤੁਹਾਡੀ ਦਇਆ ਦੀ ਵੀ ਲੋੜ ਹੈ ਨਾ। ਕੋਈ ਜੀ ਬਾਬਾ ਜੀ ਮੈਨੂੰ ਨਾ ਤੁਹਾਡੇ ਦਰਸ਼ਨ ਨਹੀਂ ਹੁੰਦੇ, ਜਦੋਂ ਤੁਸੀਂ ਸ਼ਨੀਵਾਰ ਦਰਸ਼ਨ ਦਿੰਦੇ ਹੋ ਸਾਰੀ ਸੰਗਤ ਖੁਸ਼ ਜਾਂਦੀ ਹੈ, ਇੱਕ ਮੇਰਾ ਹੀ ਚਿਹਰਾ ਡਿੱਗਾ ਹੁੰਦਾ, ਬਸ ਨਹੀਂ ਦਰਸ਼ਨ ਹੁੰਦੇ ਤੁਹਾਡੇ ਅੱਗ ਲੱਗ ਜਾਂਦੀ ਅੰਦਰ। ਬੇਟਾ ਜਿਹੜਾ ਧਿਆਨ ਹੈ ਨਾ ਸਾਡੇ ਅੰਦਰ, ਉਹ ਸਾਡੇ ਵੱਸ ਦੀ ਗੱਲ ਨਹੀਂ ਗੀ। ਧਿਆਨ ਦਾ ਤਾਲੁਕ ਸਾਡੇ ਮਨ ਦੇ ਟਿਕਣ ਦੇ ਨਾਲ ਹੈ। ਸੋ ਇਹ ਖੁਸ਼ੀ, ਇਹ ਗਮੀ, ਅਸੀਂ ਦਾਇਰਾ ਹੀ ਬਾਹਰਲਾ ਬਣਾਇਆ ਹੋਇਆ ਕਿ ਜੀ ਬਾਹਰੋਂ ਦਿਖਾਈ ਦੇਗੇ ਤਾਂ ਅਸੀਂ ਖੁਸ਼ ਹੋ ਗਏ, ਨਹੀਂ ਦਿਖਾਈ ਦੇਗੇ ਤਾਂ ਅਸੀਂ ਮੂੰਹ ਸੁਜਾ ਲਿਆ। ਅਸੀਂ ਤਾਂ ਅੰਦਰੋਂ ਦਰਸ਼ਨ ਕਰਨੇ ਆ ਬੇਟਾ। ਜਿੰਨਾ ਚਿਰ ਅੰਦਰੋਂ ਦਰਸ਼ਨ ਨਹੀਂ ਹੋਏ, ਬਾਹਰਲੇ ਦਰਸ਼ਨਾਂ ਦਾ ਕੀ ਮਕਸਦ ਹੋਇਆ ਫਿਰ? ਅੰਦਰੋਂ ਦਰਸ਼ਨ ਦੇਈਓ ਫਿਰ। ਕੋਈ ਬਾਬਾ ਜੀ ਭਜਨ ਸਿਮਰਨ 'ਚ ਨਾ ਦਿਲ ਜਿਹਾ ਨਹੀਂ ਲੱਗਦਾ ਜੀ। ਤੇ ਬੇਟਾ ਦਿਲ ਤਾਂ ਲਗਾਉਣਾ ਹੈ ਨਾ। ਹੁਣ ਐਂ ਤਾਂ ਕੀ ਕਿ ਸਾਡਾ ਤਾਂ ਦਿਲ ਤਾਂ ਇਹੋ ਜਿਹਾ ਕਿ ਫੱਟ ਦੇਣੇ ਹਰੇਕ ਚੀਜ਼ ਦੇ ਉੱਤੇ ਡੁੱਲ ਜਾਂਦਾ ਹੈਗਾ। ਹੁਣ ਜਿਹੜੀ ਚੀਜ਼ ਸਾਡੇ ਵਾਸਤੇ ਚੰਗੀ ਹੈ, ਜਿਹਦੇ ਨਾਲ ਆਪਾਂ ਨੂੰ ਸਾਰਾ ਕੁਝ ਮਿਲਣਾ ਹੈ, ਜੇ ਉਹਦੇ ਵਿੱਚ ਹੀ ਆਪਾਂ ਧਿਆਨ ਨਹੀਂ ਲਗਾ ਸਕੇ ਤਾਂ ਫਿਰ ਕੀ ਹੋਊਗਾ ਬੇਟਾ ਆਪਣਾ? ਬਾਬਾ ਜੀ ਪਹਿਲਾਂ ਸਭ ਕੁਝ ਦਿਖ ਰਿਹਾ ਸੀ ਅੰਦਰ, ਤੇ ਮੇਰੇ ਤੋਂ ਗਲਤੀ ਹੋ ਗਈ ਬਾਬਾ ਜੀ, ਮੈਨੂੰ ਮਾਫ ਕਰਿਓ। ਉਹ ਤੋਂ ਬਾਅਦ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ ਹੁਣ। ਨਹੀਂ ਬੇਟਾ, ਆਪਾਂ ਹਜ਼ਮ ਕਰਾਂਗੇ ਤਾਂ ਤਾਕਤ ਮਿਲੂਗੀ। ਜੋ ਕੁਛ ਖਾਧਾ ਹੈ ਉਹਨੂੰ ਬਾਹਰ ਨਿਕਾਲ ਸੁੱਟ ਦੇਵਾਂਗੇ ਤਾਂ ਜਿੰਨਾ ਖਾਧਾ ਉਸ ਤੋਂ ਜ਼ਿਆਦਾ ਨਿਕਲਦਾ ਬੇਟਾ। ਸੋ ਇਸ ਕਰਕੇ ਪੁਰਾਣੀਆਂ ਚੀਜ਼ਾਂ ਨੂੰ ਭੁੱਲ ਜਾਓ, ਅੱਗੇ ਆਪਣਾ ਬਾਬਾ ਜੀ ਸੰਭਾਲ ਕੇ ਰੱਖੋ। ਤੁਸੀਂ ਮੇਰੇ ਨਾਲ ਖੜੇ ਹੋ ਬਾਬਾ ਜੀ, ਪਲੀਜ਼ ਮੈਨੂੰ ਦੁਬਾਰਾ ਸਭ ਕੁਝ ਉਹੀ ਚਾਹੀਦਾ ਹੈ ਜੋ ਪਹਿਲਾਂ ਸੀ। ਬੇਟਾ ਮੈਂ ਬੇਨਤੀ ਕੀਤੀ, ਮਾਲਕ ਦੇ ਕੇ ਨਹੀਂ ਵਾਪਸ ਲੈਂਦਾ। ਸਾਡਾ ਧਿਆਨ ਭਟਕ ਜਾਂਦਾ, ਧਿਆਨ ਵਾਪਸ ਲਿਆਓਗੇ ਉਹੀ ਬਖਸ਼ਿਸ਼ ਹੋਊਗੀ। ਬਾਬਾ ਜੀ ਮੇਰੀ ਸਿਸਟਰ ਨੂੰ ਨਾਮਦਾਨ ਦੀ ਬਖਸ਼ਿਸ਼ ਕਰਨਾ ਬਾਬਾ ਜੀ, ਤੇ ਮੇਰੀ ਫੈਮਿਲੀ ਨੂੰ ਵੀ। ਰਸਮੇ ਬਾਬਾ ਜੀ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਹੋ। ਜਦੋਂ ਵੀ ਜ਼ਿੰਦਗੀ 'ਚ ਕੋਈ ਵੀ ਪ੍ਰੋਬਲਮ ਆਉਂਦੀ ਹੈ, ਮੈਂ ਤੁਹਾਡੇ 'ਤੇ ਸੁੱਟ ਦਿੰਦੀ ਹਾਂ ਕਿ ਬਾਬਾ ਜੀ ਹੁਣ ਮੈਂ ਕੀ ਕਰਾਂ, ਤਾਂ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਹੋ, ਅੱਗੇ ਵੀ ਹਮੇਸ਼ਾ ਮੇਰੇ ਨਾਲ ਹੀ ਖੜੇ ਰਹਿਣਾ। ਅਤੇ ਬਾਬਾ ਜੀ ਕਈ ਵਾਰ ਮੈਂ ਤੁਹਾਡੇ ਨਾਲ ਲੜ ਵੀ ਬਹੁਤ ਪੈਂਦੀ ਹਾਂ, ਅੰਦਰੋਂ ਹੀ ਅੰਦਰ ਰੋ ਵੀ ਪੈਂਦੀ ਹਾਂ। ਬਾਬਾ ਜੀ ਤੁਸੀਂ ਨਾਰਾਜ਼ ਨਾ ਹੋਇਓ ਇਸ ਗੱਲ ਤੋਂ। ਯਾਨੀ ਕਿ ਤੁਸੀਂ ਬਾਬੇ ਨੂੰ ਕੂੜੇ ਦਾ ਟਰੱਕ ਬਣਾਤਾ ਕਿ ਸਾਰਾ ਕੁਝ ਸੁੱਟਤਾ ਉਹਦੇ ਉੱਤੇ, ਹੈਂ? ਬਾਬਾ ਜੀ ਮੈਂ ਆਪਣੇ ਦਿਲ ਦੀ ਗੱਲ ਹੋਰ ਕਿਸੇ ਨਾਲ ਨਹੀਂ ਕਰਦੀ, ਬਸ ਅੰਦਰੋਂ ਹੀ ਅੰਦਰ ਤੁਹਾਡੇ ਨਾਲ ਕਰ ਲੈਂਦੀ ਹਾਂ। ਠੀਕ ਹੈ ਬੇਟਾ, ਜ਼ਰੂਰ। ਮਗਰ ਨਾਲ ਆਪਾਂ ਇਹ ਵੀ ਸੋਚੀਏ ਨਾ ਕਿ ਦੇਖੋ ਜ਼ਿੰਦਗੀ 'ਚ ਬਥੇਰੇ ਉਤਾਰ ਚੜਾਵ ਆਉਣਗੇ। ਹਰੇਕ ਚੀਜ਼ ਸਾਡੇ ਮਰਜ਼ੀ ਦੇ ਨਾਲ ਨਹੀਂ ਚੱਲ ਸਕਦੀ। ਜੇ ਹਰੇਕ ਦੀ ਮਰਜ਼ੀ ਦੇ ਨਾਲ ਸ੍ਰਿਸ਼ਟੀ ਚੱਲਦੀ ਤਾਂ ਇੱਥੇ ਤਾਂ ਤਬਾਹੀ ਮੱਚ ਜਾਣੀ ਸੀ ਬੇਟਾ। ਸੋ ਕਈ ਚੀਜ਼ਾਂ ਸਾਡੇ ਵੱਸ ਵਿੱਚ ਹੈ, ਕਈ ਚੀਜ਼ਾਂ ਸਾਡੇ ਵੱਸ ਵਿੱਚ ਵੀ ਨਹੀਂ ਬੇਟਾ। ਕਈ ਚੀਜ਼ਾਂ ਸਾਡੀ ਮਰਜ਼ੀ ਦੇ ਨਾਲ ਹੋਣਗੀਆਂ, ਕਈ ਨਹੀਂ ਹੋਣਗੀਆਂ। ਆਪਾਂ ਆਪਣੇ ਆਪ ਨੂੰ ਇਹ ਇੰਨਾ ਤਾਕਤਵਰ ਬਣਾਉਣਾ ਹੈ ਕਿ ਆਪਾਂ ਉਹਦੇ ਭਾਣੇ ਨੂੰ ਮੰਨ ਸਕੀਏ ਬੇਟਾ। ਬਾਬਾ ਜੀ ਬਸ ਇੰਨੀ ਦਿਆ ਰੱਖਣਾ ਕਿ ਮੈਂ ਤੁਹਾਡੇ ਭਾਣੇ 'ਚ ਰਹਿ ਸਕਾਂ। ਬਾਬੇ ਨਾਲ ਲੜ ਲਿਆ ਕਰ, ਕੋਈ ਫਿਕਰ ਨਹੀਂ ਗਾ। ਨਾਰਾਜ਼ ਨਾ ਹੋਇਓ ਬਸ ਬਾਬਾ ਜੀ। ਮਾਂ ਬਾਪ ਨਾਲ ਨਹੀਂ ਲੜਨਾ, ਹੋਰ ਕਿਸੇ ਨਾਲ ਨਹੀਂ ਲੜਨਾ। ਤਾਂ ਮੈਂ ਕਾਹਦੇ ਵਾਸਤੇ ਨਾਰਾਜ਼ ਹੋਣਾ ਬੇਟਾ? ਮੈਨੂੰ ਤਾਂ ਹੁਣ ਆਦਤ ਪੈ ਗਈ ਸਾਰਿਆਂ ਦੀਆਂ ਸੁਣਨ ਦੀ। ਬਾਬਾ ਜੀ ਬਾਬਾ ਜੀ ਬੜੀ ਦੇਰ ਦੀ ਗੱਲ ਹੈਗੀ ਆ। ਮੈਨੂੰ ਉਦੋਂ ਨਾਮਦਾਨ ਦੀ ਬਖਸ਼ਿਸ਼ ਵੀ ਹੋਈ ਨਹੀਂ ਸੀ। ਮੈਨੂੰ ਅੰਦਰ ਲਾਈਟ ਵੀ ਦਿਖਾਈ ਦਿੱਤੀ, ਬਾਕੀ ਪ੍ਰਕਾਸ਼ ਵੀ ਦਿਖਾਈ ਦਿੱਤਾ। ਉਦੋਂ ਬਾਅਦ ਫਿਰ ਇਹ ਮੌਕਾ ਨਹੀਂ ਮੈਨੂੰ ਮਿਲਿਆ ਜੀ। ਬਜ਼ੁਰਗੋ, ਮਾਲਿਕ ਕੋਈ ਚੀਜ਼ ਦੇ ਕੇ ਨਾ ਵਾਪਸ ਨਹੀਂ ਲੈਂਦਾ। ਉਹਦੇ ਘਰ 'ਚ ਕਿਸੇ ਚੀਜ਼ ਦਾ ਘਾਟਾ ਨਹੀਂ ਕਿ ਉਹਨੇ ਇੱਕ ਤੋਂ ਲੈ ਕੇ ਦੂਜੇ ਨੂੰ ਦੇਣਾ ਹੈ। ਸੋ ਜੋ ਉਹਨੇ ਇੱਕ ਵਾਰੀ ਦੇਤਾ ਉਹ ਸਾਡੇ ਕੋਲ ਹੀ ਹੈ। ਸਾਡਾ ਧਿਆਨ ਭਟਕ ਜਾਂਦਾ ਹੈ, ਕਦੇ ਆਪਣੀਆਂ ਬਿਮਾਰੀਆਂ ਵਿੱਚ, ਪਰਿਵਾਰਾਂ ਵਿੱਚ, ਇਹਨਾਂ ਚੀਜ਼ਾਂ ਵਿੱਚ ਚਲੇ ਜਾਂਦਾ ਹੈ। ਮਗਰ ਮਾਲਿਕ ਨੇ ਜੋ ਦਿੱਤਾ ਉਹ ਆਪਣੇ ਕੋਲ ਹੀ ਹੈ। ਹੁਣ ਜਿੱਥੇ ਤੱਕ ਪ੍ਰਕਾਸ਼ ਔਰ ਧੁੰਨ ਦੀ ਗੱਲ ਹੈ, ਪਰ ਪ੍ਰਕਾਸ਼ ਵੱਧਦਾ ਘਟਦਾ ਨਹੀਂ ਗਾ, ਸਾਡਾ ਧਿਆਨ ਵੱਧਦਾ ਘਟਦਾ। ਆਪਾਂ ਜੇ ਧਿਆਨ ਲਗਾਵਾਂਗੇ ਸਾਨੂੰ ਉਸੇ ਲਹਿਜ਼ੇ ਵਿੱਚ ਸਾਰਾ ਕੁਝ ਦਿਖਾਈ ਦੇਊਗਾ। ਬਾਬਾ ਜੀ ਥੋੜ੍ਹਾ ਜਿਹਾ ਧੱਕਾ ਲਾਓ ਹੋਰ। ਬਾਬਾ ਹੈ ਹੀ ਧੱਕਾ ਲਾਉਣ ਵਾਸਤੇ। ਬਾਬੇ ਦਾ ਹੋਰ ਕੰਮ ਕੀ ਹੈ? ਕੰਮ ਬਾਕੀ ਤਾਂ ਤੁਸੀਂ ਕਰਦੇ ਹੋ। ਬਾਬਾ ਤਾਂ ਬੈਠਾ ਹੀ ਇੱਥੇ ਹੈ ਕਿ ਧੱਕਾ ਲਾਈ ਜਾਵੇ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਆਪਣਾ ਕੰਮ ਪੂਰਾ ਕਰੋ। ਬਾਬਾ ਜੀ ਤੁਹਾਡੀ ਬਹੁਤ ਦਇਆ ਹੋਈ ਆ। ਮੈਂ ਇੱਕ ਕੈਂਸਰ ਵਰਗੀ ਬਿਮਾਰੀ ਤੋਂ ਰਿਕਵਰ ਹੋ ਕੇ ਆਈ ਹਾਂ। ਇਹਦੇ ਵਾਸਤੇ ਤੁਸੀਂ ਮੈਨੂੰ ਇੱਕ
ਬਹੁਤ ਹੀ ਕੇਅਰਿੰਗ ਹਸਬੈਂਡ ਦਾ ਸਾਥ ਵੀ ਬਖਸ਼ਿਆ ਸੀ, ਜਿਹਦੇ ਨਾਲ ਮੈਂ ਅੱਜ ਠੀਕ ਹੋ ਕੇ ਤੁਹਾਡੇ ਸਾਹਮਣੇ ਖੜੀ ਹਾਂ। ਥੋੜ੍ਹੀ ਬਹੁਤੀ ਜਿਸਮਾਨੀ ਸੇਵਾ ਵੀ ਕਰਦੀ ਹਾਂ, ਪਰ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਇੰਨੀ ਰੂਹਾਨੀ ਸੇਵਾ ਵੀ ਕਰਾਂ। ਤਨ ਮਨ ਚਿੱਤ ਨੂੰ ਸਥਿਰ ਕਰਕੇ ਬਹੁਤ ਦ੍ਰਿੜਤਾ ਦੇ ਨਾਲ ਟੈਨਸ਼ਨ ਰਹਿਤ ਹੋ ਕੇ ਰੂਹਾਨੀ ਸੇਵਾ ਕਰਾਂ, ਨਾਮ ਦੀ ਕਮਾਈ ਕਰਾਂ, ਹੋਰ ਤੁਹਾਡੇ ਸ਼ਬਦ ਸਰੂਪ ਤੇ ਵਿਸਾਲ ਕਰ ਸਕਾਂ। ਬਾਬਾ ਜੀ ਪਲੀਜ਼ ਇੰਨੀ ਦਇਆ ਮੇਰ ਕਰ ਦਿਓ। ਬੀਬਾ ਦੇਖੋ, ਜਿੰਨੀਆਂ ਬਿਮਾਰੀਆਂ ਹੈ ਨਾ, ਇਹ ਦੁੱਖ ਤਕਲੀਫਾਂ ਹੈ, ਇਹ ਕਰਮਾਂ ਦਾ ਹਿਸਾਬ ਕਿਤਾਬ ਹੈ। ਹਾਂਜੀ, ਹੁਣ ਜੇ ਆਪਾਂ ਮਾਲਿਕ ਵਿੱਚ ਵਿਸ਼ਵਾਸ ਰੱਖਾਂਗੇ, ਹਰੇਕ ਚੀਜ਼ ਵਿੱਚੋਂ ਖੁਸ਼ੀ ਨਿਕਲ ਜਾਵਾਂਗੇ। ਕਦੇ ਵੀ ਨਹੀਂ ਇਹ ਸੋਚਣਾ ਚਾਹੀਦਾ ਕਿ ਜੀ ਬਸ ਹੁਣ ਬਿਮਾਰੀ ਆ ਗਈ ਤਾਂ ਹੁਣ ਕੀ ਹੋਊਗਾ। ਕਰਨ ਕਰਾਉਣ ਵਾਲਾ ਤਾਂ ਮਾਲਿਕ ਹੈ ਨਾ, ਜੀ ਸੋ ਆਪਾਂ ਕਾਹਨੂੰ ਘਬਰਾਉਣਾ ਹੈ। ਜਿੱਦਣ ਲਿਖਿਆ ਉਦੋਂ ਤਾਂ ਚਲੇ ਹੀ ਜਾਣਾ। ਇਨਸਾਨ ਸਗੋਂ ਆਪਣੇ ਉੱਤੇ ਬੋਝ ਪਾ ਕੇ, ਘਬਰਾ ਕੇ ਸਗੋਂ ਹੋਰ ਮੁਸੀਬਤ ਸਿਰ 'ਤੇ ਲੈ ਆਉਂਦਾ ਹੈ। ਵਿਸ਼ਵਾਸ ਰੱਖੋ, ਹਿੰਮਤ ਰੱਖੋ, ਆਪਣੇ ਤਰਫੋਂ ਪੂਰੀ ਕਰੀ ਚੱਲੋ, ਬਾਕੀ ਮਾਲਕ ਦੀ ਬਖਸ਼ਿਸ਼ ਹੈ। ਆਪਾਂ ਕਾਹਨੂੰ ਘਬਰਾਉਣਾ। ਬਸ ਬਾਬਾ ਜੀ, ਬਸ ਇੱਕੋ ਹੀ ਚਾਹੀਦਾ, ਤੁਹਾਡੇ ਸ਼ਬਦ ਦੇ ਵਿਸਾਲ ਕਰ ਸਕਾਂ ਤੁਹਾਡੇ ਸ਼ਬਦ ਸਰੂਪ ਤੇ। ਬਾਬਾ ਜੀ, ਹਜ਼ੂਰ ਮਹਾਰਾਜ ਜੀ ਤੋਂ ਨਾਮਦਾਨ ਦੀ ਬਖਸ਼ਿਸ਼ ਹੋਈ ਸੀ, ਸੇਵਾ ਦਾ ਵੀ ਬਹੁਤ ਮੌਕਾ ਦਿੱਤਾ ਉਹਨਾਂ ਨੇ। ਮੈਂ ਬੜੀ ਛੋਟੀ ਜਿਹੀ ਗੱਲ ਪੁੱਛਣੀ ਚਾਹੁੰਦਾ ਕਿ ਭਜਨ ਸਿਮਰਨ ਵੇਲੇ ਕੋਸ਼ਿਸ਼ ਕਰਨਾ ਕਿ ਉਹਨਾਂ ਦਾ ਹੀ ਧਿਆਨ ਕਰਾਂ, ਪਰ ਦਿਨ 'ਚ ਬਹੁਤ ਐਸੇ ਮੌਕੇ ਆਉਂਦੇ ਜਦ ਦਿਲ ਕਹਿੰਦਾ ਹੈ ਕਿ ਥੈਂਕ ਯੂ ਗੋਡ ਜ਼ਰੂਰ। ਉਸ ਵੇਲੇ ਕਿਉਂਕਿ ਉਹਨਾਂ ਦੇ ਬਾਅਦ ਸਕਰੀਨ ਵਗੈਰਾ ਲੱਗੇ, ਸਭ ਕੁਛ ਹੋਏ, ਤੁਹਾਡੇ ਦਰਸ਼ਨ ਦਾ ਬਹੁਤ ਮੌਕਾ ਮਿਲਿਆ। ਅਤੇ ਬਹੁਤ ਵਾਰੀ ਜਿਸ ਵੇਲੇ ਥੈਂਕ ਯੂ ਗੋਡ ਨਿਕਲਦਾ ਤਾਂ ਧਿਆਨ ਤੁਹਾਡਾ ਕਰਨਾ। ਇਜ਼ ਇਟ ਆਲ ਰਾਈਟ ਕਿ ਉਹਨਾਂ ਦਾ ਹੀ ਕਰਨਾ ਚਾਹੀਦਾ ਹੈ ਕਿ ਇਟਸ ਓਕੇ? ਭਾਈ ਸਾਹਿਬ, ਧਿਆਨ ਆਪਣੇ ਵਾਸਤੇ ਗੱਲ ਨਹੀਂ ਗੀ। ਧਿਆਨ ਆਪਣੇ ਆਪ ਆਊਗਾ ਜਦੋਂ ਮਨ ਟਿਕੂਗਾ। ਸਾਡਾ ਮਨ ਇਸ ਵਕਤ ਪ੍ਰਭਾਵਿਤ ਹੈ। ਜਿਹਦਾ ਵੀ ਜ਼ਿਆਦਾ ਪ੍ਰਭਾਵ ਪਿਆ ਹੋਇਆ ਹੈ ਉਹਦੀ ਸ਼ਕਲ ਉਹਨੇ ਸਾਹਮਣੇ ਖੜੀ ਕਰ ਦੇਣੀ ਹੈਗੀ ਹੈ। ਸੋ ਉਹ ਵੀ ਠੀਕ ਹੈ, ਕੋਈ ਇਹਦੇ 'ਚ ਮਾੜੀ ਗੱਲ ਨਹੀਂ ਗੀ। ਮਗਰ ਤੁਸੀਂ ਇਸ ਚੀਜ਼ ਨੂੰ ਮਨ 'ਚ ਬਿਠਾ ਲਓ ਕਿ ਜਦੋਂ ਮਨ ਟਿਕੂਗਾ ਧਿਆਨ ਉਹਨਾਂ ਦਾ ਹੀ ਆਊਗਾ ਜਿਸ ਤੋਂ ਆਪਾਂ ਨੂੰ ਨਾਮ ਮਿਲਿਆ ਹੈਗਾ। ਸੋ ਆਪਾਂ ਨਹੀਂ ਕਦੇ ਪਰਖ ਕਰਨੀ ਜਾਂ ਉਹਦੇ ਵਿੱਚ ਪੈਣਾ, ਬਸ ਕਰੀ ਚੱਲੋ ਤੁਸੀਂ। बाबा जी, मेरा पहला सवाल है कि हम सेवा करते हैं, जब बेशक डेरे में, डिपार्टमेंट्स में या हम बाहर कहीं सेंटर में सेवा करते हैं, और जब किसी पहलू पे डिस्कशंस होती हैं तो सभी डिस्कशन करते हैं और हर कोई अपना अपना पर्सपेक्टिव रखता है, और उस डिस्कशन में हम क्योंकि जीव हैं, हमारी कई बार वो आर्गूमेंट्स इतनी हाई अप हो जाती हैं, उस डिस्कशन में हम कभी मन मुटाव भी हो जाते हैं। तो ऐसे में हम अपने भजन सिमरन और उसको कैसे बैलेंस करें? क्या नहीं बेटा, डिस्कशन तो होनी चाहिए। अब देखो, हम सब बैठे हैं यहाँ, कर्मों करके बैठे हैं ना। कर्मों का मतलब है कि हमें कोई ना कोई इम्परफेक्शन है। अगर परफेक्ट हो जाते तो हमने यहाँ होना ही नहीं था बेटा, फिर तो हम मालिक के पास होते। इम्परफेक्ट हैं तो हर एक का अलग अलग सोच होगी, हर एक का अलग अलग पर्सपेक्टिव होगा। सो सभी सेवा के लिए इसीलिए तो आए हैं कि हम इकट्ठे होके अपनी सोच जोड़ के हम कोशिश करें कि वही करें जो संगत के लिए बेहतर है। अब एक काम है, आप 4-5 लोगों को दोगे, हर एक की अपनी सोच है कि उसने कैसे करना है। तो ऐसी बात नहीं है, ये होता है। ये मेरे साथ इतने ये HODs इतनी डिस्कशन करते हैं। आपने कभी हमारी एग्जेक्टिव कमेटी मीटिंग नहीं देखी? कितनी डिस्कशन होती है, आर्ग्यूमेंट होती है। सो तभी तो बेटा इंसान सीखेगा ना, तभी तो सही चीज़ सामने आएगी। अब ये सोचना कि भी एक इंसान सभी चीज़ों के हर एक पहलू की पहचान कर सकता है, वो तो नहीं हो पाएगा। तो हर एक ने अपनी सोच के अनुसार अपना पहलू रखना है, और फिर हमने ये देखना है कि संगत के लिए क्या बेहतर है, वो सही है। बाबा जी, ऐसी हालत में जब माइंड डिस्टर्ब हो जाता है तो बड़ी माइंड को क्यों डिस्टर्ब बेटा, जब है ही संगत के लिए। हमने अपनी सलाह देनी है, बाकी जो HOD है उसके ऊपर मुनसर है कि वो क्या करता है बेटा। आप अपनी तरफ से सुझाव दें, मगर जिम्मेवारी तो उसकी है ना, फिर उसको निर्णय करने दे कि उसने कौन सा अपनाना है रास्ता।
और बाबा जी मेरा दूसरा सवाल है कि हम अक्सर सुनते आए हैं अपने बड़े बुज़ुर्गों से कि जब पूर्ण संत सतगुरु किसी जीव को नामदान देते हैं तो वो उसका लेखा जोखा काल से ले लेते हैं। मेरे सत्संग में कभी ऐसी बात सुनी है? नहीं बाबा जी। तो फिर मैं तो कहता हूँ कर्मों अपो अपनी के नेड़े के दूर, हर एक कर्म का हिसाब किताब देना पड़ेगा बेटा। ये कहने की बातें हैं बेटा, इन झूठी तसल्लियों में मत पड़े। दुनिया की सच्चाई ये है कि दुनिया में कोई चीज़ मुफ्त नहीं है, हर एक चीज़ का हिसाब किताब देना पड़ेगा, हर एक श्वास का हिसाब किताब देना पड़ेगा। बाबा जी मैं एक मैसेज देना चाहता हूँ मेरी एक सिस्टर है, गुरु बहन है, जो मुझे सगे भाइयों जैसे प्यार करती हैं। तो जिस दिन से पता चला कि आपसे सवाल जवाब का सेशन होगा तो वो 10-15 दिन से लगातार फ़ोन करती हैं और उन्होंने कहा है कि बाबा जी को एक मैसेज देना मेरा। वो एक ऐसी सत्संगी, ऐसी फैमिली में उनकी शादी हुई है कि उनके परिवार में कोई सत्संगी नहीं है। वो पूजा पाठ बहुत करते हैं लेकिन सत्संगी नहीं है। और वो ऐसी रूह हैं कि वो सबकी बहुत सेवा करती हैं, बहुत तन मन से, और उन्होंने नामदान ले रखा है। और वो ऐसी हैं कि अगर उनको कोई छोटा बच्चा भी आधी रात को भी बोलेगा कि आप मुझे कुछ खाना है बना के दो, वो करेंगी। लेकिन वो कहती है कि मेरे अंदर सतगुरु के लिए तड़प नहीं है, हमारे अंदर भी नहीं है बाबा जी। तो उनकी तरफ से मैं हम सब की तरफ से आपसे अर्ज करता हूँ कि बेटा आपने कभी सुना है सत्संग में कि पूजा पाठ बुरा है? बेटा देखो, हर एक ने मालिक से रिश्ता जोड़ना है, जिस मर्जी तरीके से जोड़े। मकसद है कि मालिक का कैसे शुक्रिया अदा करें। अब हर एक का अपना ढंग हो सकता है बेटा, हर एक का अपना तौर तरीका हो सकता है। मकसद को मत भूलें कि हमने मालिक के साथ रिश्ता जोड़ना है और उसका शुक्र करना है। Baba ji, there are moments in life which are like life changing, or maybe little moments that don't happen the way you expect them to happen, and then you sort of become indifferent to things, or probably your personality changes. So how does... Beta, can life go the way we want it to go? No, Babaji. Is it possible that everybody gets his wishes answered? If everybody's wishes were answered, there would be chaos in this creation. Right. So sometimes our wishes will be answered and sometimes they won't be answered. And we have to make our mindset in that manner that we have to stay in his will, whichever way it goes. It's very difficult, Babaji, at times. Beta, what is easy in life? Is pleasing your husband easy, pleasing your in-laws easy, looking after children easy, earning money easy? What is easy? We all put in an effort, we all try and do our best. Right. And that's the way we need to approach it. Right, Babaji. And at the ending of the day, you put your perspective forward, you make an effort, but then accept his will. Right. Babaji, help me become more independent and help me and my family sail through this life and seva gracefully. How can you become independent, beta? We are all dependent on each other. Yeah. There is no independence out here, beta. We will only become independent. Even that time you won't become independent because then you will lose your identity. So that's the end of it. Right. We are all dependent. Okay, na? For everything we are dependent. So yes, one should stand on his own feet and one should look forward to being able to do things in the right way. But these are concepts we have created in our mind. Eventually it ends up to the same thing. He is the doer and we must stay in his will and we must earn his grace. Right. Babaji, thank you for everything and bless us with good health and spiritual wealth. That's Rasami, before asking question, Babaji, I would just like to thank you for coming on YouTube and breaking your protocol. For coming on YouTube, there's not something to thank me for, that's something to be sad about. But I had said I will never go into media, so never say never. yeah, but there were no satsangs in Dera, and then people were really missing you across the world. So Arey, you must miss me inside, not outside. it's both ways. Huh? It's both ways. It's both ways. Then, but if you restrict yourself to the outside, then how will you go inside? Whatever you have to get is on the inside. You will give it to us. No, if you become too dependent upon the physical form of the master, like somebody said, then it's time to kill the Buddha.
Don't say that. So if you guys become too dependent, then it's time that I move out. Don't say that. But that's the right thing. Huzur used to say that he's a humble giver and we are proud beggars. How does one change that into being really kind and humble and grateful at every step, every breath that But we take? if we can digest everything automatically, we will always be good and we will always be positive. Problem is that, being impressionable, we pick up negative impressions and those tend to manifest themselves in our actions. So if we are cautious and create a positive environment and there's a positive impression, then everything will happen positively. And please help me to create the balance between giving quality time to meditation, marriage, and seva and dera. Thank you. Awesome. Babaji, when we are doing Simran and we have to change the position for bhajan. And then at times, very few times there is a withdrawal. So then it is very difficult to change the position, means in the process, like sometimes it takes about a minute. So in those days when there is some bit of withdrawal, can I continue to do, means listen to Shabad in bhajan position? But that is what we think. If you have been able to achieve that kind of focus within, with your Simran, there's no question of the, Shabad going away when you change your position. If your attention is not there, then yes, mind starts running away, gets distracted. But that's what we are trying to achieve, na? No, what happens is like it takes, see, if there is no withdrawal, you are able to switch like immediately. Yeah. But when there is a withdrawal, it takes about a minute or something. You do what you are told to do. Okay. So there is something in that. You just do what you are told to so do. even if it takes time? Yeah. Even if it takes time, doesn't matter. And then when in idle time we are supposed to do Simran, means whatever possible, then at times we are able to listen to Shabad, though it is like that initial one cricket sound. So at those times, should we do Simran or should we listen to Shabad or both? No, the main thing is the Shabad, beta. Okay. So if you can hear any sound, just keep on listening to the sound. Okay. Shabad karam ki rekh kataye, Shabad Shabad se jai milaye. So the main thing that we are doing, our Simran, is basically a practice to get a focus to listen to the Shabad. Okay. So Simran is only the preparation. Objective is to listen to the Shabad. So if you can hear the Shabad, don't analyze what sound it is. Just listen to it and let yourself go. Enjoy it. बाबा जी थैंक यू फॉर एवरीथिंग. आपने मुझे बहुत प्यारी प्यारी मम्मी दी और मस्ती करने के लिए मेरा भाई भी दिया, पापा भी दिए. और बाबा जी मेरे भाई मेरे को इतना बोल के गया और वो भी मेरे साथ शरारतें करता है और सारा कसूर मेरे को कर देता है कि मेरी बहन की वजह से फंसा हूँ. मुझे ज़्यादा ही डांट खानी पड़ती है इसकी वजह से. बेटा, बहनों का काम होता है कि भाई जो गलती करे उसके ऊपर पर्दा डाले. मैं डालती हूँ बाबा जी. डालती हूँ? इसको मैं छुपा देती हूँ अगर ये गलती करते हैं फिर. और बाबा जी मैं अपनी लाइफ में बहुत स्ट्रगल करना चाहती हूँ, फेस करना चाहती हूँ. तू क्यों स्ट्रगल करना चाहती मुझे है? बाबा जी एक सक्सेसफुल पर्सन नहीं कह, मैं मेहनत करना चाहती हूँ, स्ट्रगल क्यों कहती है? हाँ मेहनत करना चाहती हूँ. आप मुझे शक्ति देना, ताकत देना और बाकी मैं संभाल लूँगी बाबा जी. हाँ, अगर भाई की करनी पे पर्दा डालेगी फिर सब ठीक हो जाएगा. थैंक यू बाबा जी. पॉकेट मनी भी दे दिया कर. नहीं बाबा देखिए कहना था तू मानती नहीं. नहीं बाबा जी वो उसके पास अपनी होती है. अपनी होती है? हाँ जी. वो घट पै जाती है. फिर वो उड़ा आते हैं सारे पैसे. थैंक यू बाबा जी. थैंक यू बाबा जी. मेरा आपसे कोई क्वेश्चन नहीं है, मैं सिर्फ आपका थैंक यू करना चाहती हूँ. बाबा जी फिर भी मैं आपसे एक क्वेश्चन कर ही लेती हूँ. अच्छा चलो. बाबा जी मैं ना बहुत जल्दी ही किसी बात को लेकर नर्वस हो जाती हूँ. और अगर कोई मुझे कुछ कह देता, मैं भी बड़ा सरसंगियों को देख के ना, जिनको नाम दिया है, जब मैं इनको देखता हूँ मैं भी बड़ा नर्वस हो जाता हूँ. अब क्या करें? अब हिम्मत छोड़ दें? हैं? नहीं ना. आप हमारा हाथ कैसे छोड़ सकते हो? तो फिर आप क्यों हिम्मत छोड़ती हैं? अगर आप मेरे को वो सलाह दे रही हैं कि मैं हिम्मत मत छोड़ूं, तो आप क्यों हिम्मत छोड़ती हैं?
पता नहीं बाबा जी, फिर भी मैं बहुत जल्दी ही नर्वस हो जाती हूँ और फिर किसी बात को लेकर रोने भी लग जाती हूँ। आप मत घबराएं, महाराज जी साथ हैं, महाराज जी अपने आप बख्शिश करेंगे। मेरा साथ देंगे ना महाराज जी? हाँ जी, तो फिर आपका भी देंगे। ठीक है बाबा जी, थैंक यू बाबा जी। और मैं आपसे एक बात और कहना चाहती हूँ, आपने मुझे बहुत अच्छा परिवार दिया है। मेरा मायका और ससुराल दोनों ही से ही मुझे बहुत ज़्यादा प्यार मिला है। इस बात के लिए मैं आपका बहुत ज़्यादा ही शुक्रगुजार हूँ। मैं चाहती हूँ कि हर लड़की को ऐसा ही परिवार मिले जैसा मुझे मिला है। बेटा फिर तू फिक्र क्यों करती है? अगर दोनों ही इतने अच्छे मिले हैं तो फिर फिक्र तो होना ही नहीं चाहिए। मालिक ने इतनी बख्शिश कर दी, हमें तो कदर करनी चाहिए बेटा, शुक्र करना चाहिए उसका। हाँ जी बाबा जी, रास्ता ही बाबा जी। राधा से बाबा जी, जब मैं भजन पे बैठता हूँ 10 मिनट या 15 मिनट या आधा घंटा अगर मैं लगाने की कोशिश करता हूँ तो मेरे को ऐसा चक्कर, ऐसा एक भ्रम में एक डर सा लगता है आगे। तो उस स्टेज पे जब मेरे को जब ऐसे दर्शन होते हैं तो उस वक्त मन घबरा जाता है। नहीं बेटा, भजन सिमरन में कभी नहीं घबराना चाहिए, क्योंकि बेटा आपने कभी सुना है कि कोई भजन सिमरन करता करता किसी की मौत हो गई? इससे बेहतर मौत नहीं हो सकती, मगर होती नहीं है। ये सिर्फ बेटा मन में कोई ताकत नहीं है। मन को ताकत आप देते हैं जब आप डर जाते हैं। इसलिए मन क्या करता है, मन अलग अलग प्रभाव हमारे सामने रख देगा, हम और घबरा जाते हैं और मन को और ताकत दे देते हैं। सो भजन सिमरन के वक़्त बेटा मन को काबू करना है आपने मन के पीछे नहीं लगना। मन तो करेगा, मन तो अलग अलग भावनाएं सामने रख के आपको डराने की कोशिश करेगा। तो इसलिए मन को बीच में मत लाएं। परख मन से आती है, परख मत करें। अपने भजन सिमरन से खुशी हासिल करें, आनंद लें। जितना आनंद लोगे उतनी सुरत और चढ़ेगी। बाबा जी, एक तो जब शरीर झटके से मारता है, ऐसे जब ख्याल ऊपर की तरफ मैं लेने की जाता हूँ तो ऐसे लगता है जैसे कि मेरे को कुछ मानसिक प्रॉब्लम है या कोई बीपी की वजह से। नहीं, ऐसी नहीं है कोई। देखो, जब सुरत चढ़ती है, अगर उसको कोई भी रुकावट हो ना तो वो प्रेशर बिल्डअप हो जाता है।